ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੌਲੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਜਿਹੜੇ ਸਿੱਖ ਹੁੰਦੇ ਸੀ ਉਹਨਾਂ ਦੇ ਪੈਗੰਬਰ ਨੇ ਜਦੋਂ ਧਰਮ ਸ਼ੁਰੂ ਕੀਤਾ, ਜਦੋਂ ਤੀਸਰ ਪੰਥ ਚਲਾਇਆ, ਤਾਂ ਉਸ ਤੀਸਰ ਪੰਥ ਦੀ ਨੀਂਹ ਹੀ ਉਹਨਾਂ ਨੇ ਕਰਮ ਕਾਂਡਾਂ ਦੇ, ਉਹਨਾਂ ਨੇ ਜਿਹੜੇ ਕਹਿਣੀ ਕਰਨੀ ਦੇ ਪੂਰੇ ਲੋਕ ਨਹੀਂ ਆ ਉਹਨਾਂ ਦੇ ਖਿਲਾਫ ਰੱਖੀ ਸੀ। ਸਿੱਖਾਂ ਨੇ ਆਪਣਾ ਆਪ ਕੁਝ ਨਹੀਂ ਪੜਿਆ, ਨਾ ਆਪਣਾ ਇਤਿਹਾਸ, ਨਾ ਆਪਣੀ ਗੁਰਬਾਣੀ। ਸਿੱਖ ਕਿਹੋ ਜਿਹੇ ਸੀ? ਇਹ ਲੋਕ ਚਲਾਕ ਨੇ, ਭੋਲੇ ਭਾਲੇ ਤਾਂ ਕਦੀ ਨਹੀਂ, ਪਰ ਮੂਰਖ ਜ਼ਰੂਰ ਬਣ ਗਏ। ਤੁਸੀਂ ਵਾਲ ਕੱਟਣੇ ਚਾਹੁੰਦੇ ਹੋ, ਜੀ ਸਦਕੇ ਤੁਹਾਡੀ ਆਪਣੀ ਲਾਈਫ ਆ, ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਪਰ ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਵੀ ਹਾਂ। ਖਾਲਸਾ ਬਣਨ ਲਈ ਸਭ ਤੋਂ ਪਹਿਲਾ ਜਿਹੜਾ ਕਦਮ ਆ ਤੁਹਾਡੇ ਕਿਰਦਾਰ ਵੱਲ ਦਾ ਹੈ। ਜਿਹੜੇ ਅਸੀਂ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਬਣਾ ਲਏ, ਸਾਨੂੰ ਉਹ ਚੋਂ ਬਾਹਰ ਨਿਕਲਣਾ ਪਊਗਾ। ਅਸੀਂ ਗੁਰਦੁਆਰਿਆਂ ਨੂੰ ਮੀਟਿੰਗ ਸਪੌਟ ਬਣਾ ਲਿਆ। ਕਈ ਵਾਰੀ ਲੋਕ ਜਿਹੜੇ ਆ ਉਹ ਬਾਹਰੋਂ ਹੀ ਮੱਥਾ ਟੇਕ ਕੇ ਲੰਗਰ ਹਾਲ ਤੋਂ ਨਿਕਲਦੇ ਹੋਏ ਮੱਥਾ ਟੇਕ ਕੇ ਘਰਾਂ ਨੂੰ। ਸੋ ਤੁਹਾਡਾ ਕਿਰਦਾਰ, ਆਪਣੇ ਬੱਚਿਆਂ ਦਾ ਕਿਰਦਾਰ ਤੁਸੀਂ ਆਪ ਘੜਨਾ ਸੀ। ਅਸੀਂ ਵੀ ਆਪਣੀ ਆਰਾਮ ਪ੍ਰਸਤੀ ਦੇ ਵਿੱਚ ਲੱਗ ਕੇ ਨਾ ਸ਼ਾਰਟਕਟਸ ਅਪਣਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੌਲੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਯਾਦ ਰੱਖਿਓ, ਜੇ ਅਸੀਂ ਅੱਜ ਘਰ ਨਾ ਮੁੜੇ ਤਾਂ ਕੁਝ ਸਮੇਂ ਬਾਅਦ ਬਿਲਕੁਲ ਐਵੇਂ ਦਾ ਹੀ ਕੋਈ ਸੈਟਅਪ ਹੋਊਗਾ, ਐਵੇਂ ਦੀ ਹੀ ਕੋਈ ਕਿਰਨ ਇੱਥੇ ਖੜੀ ਹੋਊਗੀ ਔਰ ਉਹ ਸਵਾਲ ਇਹ ਕਰ ਰਹੇ ਹੋਊਗੀ ਕਿ ਜਿਹੜੇ ਸਿੱਖ ਹੁੰਦੇ ਸੀ ਉਹਨਾਂ ਦੇ ਪੈਗੰਬਰ ਨੇ ਜਦੋਂ ਧਰਮ ਸ਼ੁਰੂ ਕੀਤਾ, ਜਦੋਂ ਤੀਸਰ ਪੰਥ ਚਲਾਇਆ, ਤਾਂ ਉਸ ਤੀਸਰ ਪੰਥ ਦੀ ਨੀਂਹ ਹੀ ਉਹਨਾਂ ਨੇ ਕਰਮ ਕਾਂਡਾਂ ਦੇ, ਉਹਨਾਂ ਨੇ ਜਿਹੜੇ ਕਹਿਣੀ ਕਰਨੀ ਦੇ ਪੂਰੇ ਲੋਕ ਨਹੀਂ ਆ ਉਹਨਾਂ ਦੇ ਖਿਲਾਫ ਰੱਖੀ ਸੀ। ਫਿਰ ਐਸਾ ਕੀ ਹੋ ਗਿਆ ਕਿ ਉਹੀ ਸਿੱਖ ਜਿਹੜੇ ਆ ਉਹ ਫਿਰ ਤੋਂ ਉਹਨਾਂ ਹੀ ਅੰਧ ਵਿਸ਼ਵਾਸਾਂ ਦੇ ਵਿੱਚ ਫਸ ਗਏ, ਉਹਨਾਂ ਕਰਮ ਕਾਂਡਾਂ 'ਚ ਫਸ ਗਏ। ਐਸਾ ਕੀ ਹੋ ਗਿਆ? ਔਰ ਉਸ ਤੋਂ ਬਾਅਦ ਇੱਕ ਥਿਊਰੀ ਬਣੂਗੀ। ਮੈਂ ਇਕੱਲੀ ਨੇ ਨਹੀਂ ਦਿੱਤੀ, ਖੈਰ ਇਹ ਬੜੀ ਕਾਮਨ ਥਿਊਰੀ ਆ, ਇਹ ਬੜੇ ਸਕਾਲਰਸ ਨੇ ਦਿੱਤੀ ਆ। ਪਰ ਜਿਹੜੀ ਇੱਕ ਥਿਊਰੀ ਮੈਂ ਦੇ ਰਹੀ ਹਾਂ ਕਿ ਉਦੋਂ ਪੰਡਤ ਆ ਗਏ, ਪੰਡਤਾਂ ਨੇ ਇੰਟਰਪ੍ਰੀਟੇਸ਼ਨ ਕੀਤੀ, ਕਾਜ਼ੀ ਆ ਗਏ, ਕਾਜ਼ੀਆਂ ਨੇ ਇੰਟਰਪ੍ਰੀਟੇਸ਼ਨ ਕੀਤੀ, ਔਰ ਲੋਕਾਂ ਨੇ ਕਿਉਂਕਿ ਆਪਣੇ ਗ੍ਰੰਥ ਆਪ ਨਹੀਂ ਸੀ ਪੜ੍ਹੇ, ਆਪਣੀ ਹਿਸਟਰੀ ਆਪ ਨਹੀਂ ਸੀ ਪੜ੍ਹੀ, ਤੇ ਉਹਨਾਂ ਦੇ ਪਿੱਛੇ ਚੱਲ ਪੜੇ। ਇਹੀ ਥਿਊਰੀ ਸਿੱਖਾਂ ਉੱਤੇ ਲਾਗੂ ਹੋ ਜਾਊਗੀ ਕਿ ਸਿੱਖਾਂ ਨੇ ਆਪਣਾ ਆਪ ਕੁਝ ਨਹੀਂ ਪੜ੍ਹਿਆ, ਨਾ ਆਪਣਾ ਇਤਿਹਾਸ, ਨਾ ਆਪਣੀ ਗੁਰਬਾਣੀ। ਇਸ ਕਰਕੇ ਉਹ ਉਹਨਾਂ ਦੇ ਪਿੱਛੇ ਲੱਗ ਤੁਰੇ, ਔਰ ਇਸ ਕਰਕੇ ਜਿਹੜਾ ਨਿਘਾਰ ਆ ਗਿਆ, ਇਹ ਉਦੋਂ ਇਹ ਜਵਾਬ ਹੋਊਗਾ। ਹੁਣ ਮੈਂ ਉਸ ਵੇਲੇ ਨੂੰ ਮੁੱਖ ਰੱਖਦੇ ਹੋਏ, ਜਦੋਂ ਕੋਈ ਇਹ ਪੁੱਛੂਗਾ ਕਿ ਉਹ ਲੋਕ ਕਿਹੋ ਜਿਹੇ ਸੀ, ਉਹ ਸਿੱਖ ਕਿਹੋ ਜਿਹੇ ਸੀ, ਉਹ ਚਲਾਕ ਸੀ ਜਾਂ ਉਹ ਬੇਵਕੂਫ ਸੀ ਜਾਂ ਉਹ ਅਵੇਸਲੇ ਸੀ ਤੇ ਜਾਂ ਫਿਰ ਭੋਲੇ ਭਾਲੇ ਸੀ, ਤੇ ਉਸ ਵੇਲੇ ਨੂੰ ਮੁੱਖ ਰੱਖਦੇ ਮੈਂ ਅੱਜ ਤੁਹਾਨੂੰ ਜਵਾਬ ਇਹ ਦੇ ਰਹੀ ਹਾਂ ਕਿ ਇਹ ਲੋਕ ਚਲਾਕ ਨੇ, ਭੋਲੇ ਭਾਲੇ ਤਾਂ ਕਦੀ ਨਹੀਂ, ਪਰ ਮੂਰਖ ਜ਼ਰੂਰ ਬਣ ਗਏ। ਹੁਣ ਉਹ ਕਿੱਦਾਂ, ਇਹ ਆਪਾਂ ਅੱਗੇ ਗੱਲ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਚਲਾਕ ਸਮਝਣ ਦਾ ਜਿਹੜਾ ਨਾ ਇੱਕ ਭੁਲੇਖਾ ਪਾਈ ਬੈਠੇ ਹਾਂ। ਬਿਲਕੁਲ ਅਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਦੇ ਮਨੁੱਖੀ ਰੂਪ ਵਿੱਚ ਆਉਣ ਦੇ ਸਮੇਂ ਤੋਂ ਕੁਝ ਸਮੇਂ ਪਹਿਲਾਂ ਤਾਂ ਜੋ ਸਨਾਤਨੀ ਲੋਕਾਂ ਦੇ ਨਾਲ ਜੋ ਹੋ ਰਿਹਾ ਸੀ, ਜਿਸ ਤਰੀਕੇ ਜਿਹਨਾਂ ਰਾਹਾਂ 'ਤੇ ਉਹ ਚੱਲ ਰਹੇ ਸੀ, ਅਸੀਂ ਉਹਨਾਂ ਰਾਹਾਂ 'ਤੇ ਚੱਲ ਰਹੇ ਹਾਂ। ਅਸੀਂ ਵੀ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਜੀਣ ਲਈ ਆਪਣੇ ਹੀ ਸਾਰਾ ਕੁਝ, ਆਪਣੇ ਰੂਲਸ ਬਣਾ ਲਏ, ਆਪਣੇ ਰੈਗੂਲੇਸ਼ਨਸ ਬਣਾ ਲਏ। ਅਸੀਂ ਵੀ ਇੰਝ ਹੀ ਲੋਕਾਂ ਵਾਂਗੂ ਕਹਿਣਾ ਸ਼ੁਰੂ ਕਰਤਾ, ਜੀ ਕੋਈ ਗੱਲ ਨਹੀਂ, ਸਿੱਖੀ ਅੰਦਰ ਹੁੰਦੀ ਆ, ਬਾਹਰ ਦੇ ਭੇਸ ਦਾ ਕੋਈ ਮਤਲਬ ਨਹੀਂ, ਇਹ ਸਾਡੇ ਆਪਣੇ ਰੂਲਸ ਆ। ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਤੁਸੀਂ ਵਾਲ ਨਹੀਂ ਕੱਟੋ ਜੀ, ਇਹ ਤੁਹਾਡੀ ਆਪਣੀ ਗੱਲ ਆ, ਪਰ ਇਹਨੂੰ ਸਿੱਖੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਤੁਸੀਂ ਵਾਲ ਕੱਟਣੇ ਚਾਹੁੰਦੇ ਹੋ, ਜੀ ਸਦਕੇ ਤੁਹਾਡੀ ਆਪਣੀ ਲਾਈਫ ਆ, ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਪਰ ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਵੀ ਹਾਂ, ਕਿਉਂਕਿ ਤੁਹਾਡਾ, ਔਰ ਇਹਦੇ ਨਾਲ ਇਹ ਵੀ ਨਹੀਂ, ਬਿਲਕੁਲ ਮੈਂ ਇਹ ਵੀ ਨਹੀਂ ਕਹਿ ਰਹੀ ਕਿ ਵਾਲਾਂ ਦੇ ਨਾਲ ਜਾਂ ਕੇਸ ਰੱਖਣ ਦੇ ਨਾਲ ਹੀ ਸਿੱਖੀ ਆ, ਕਿਉਂਕਿ ਮੈਂ ਆਪਣੀ ਪਹਿਲੀ ਕਿਸ਼ਤ ਦੇ ਵਿੱਚ ਪਹਿਲੀ ਲਾਈਨ ਇਹ ਕਹੀ ਸੀ ਕਿ ਪਹਿਲਾ ਬੰਦਾ ਖਾਲਸੇ ਵਰਗਾ ਦਿਸਦਾ ਜ਼ਰੂਰ ਹੋਊਗਾ, ਪਰ ਉਹਦਾ ਕਿਰਦਾਰ ਖਾਲਸੇ ਵਰਗਾ ਹੋਵੇ ਜਾਂ ਨਾ ਹੋਵੇ ਪਤਾ ਨਹੀਂ, ਕਿਉਂਕਿ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ, ਪਰ ਉਹ ਦਿਖਦਾ ਖਾਲਸੇ ਵਰਗਾ ਜ਼ਰੂਰ ਹੋਊਗਾ। ਖਾਲਸਾ ਬਣਨ ਲਈ ਸਭ ਤੋਂ ਪਹਿਲਾ ਜਿਹੜਾ ਕਦਮ ਆ ਉਹ ਤੁਹਾਡੇ ਕਿਰਦਾਰ ਵੱਲ ਦਾ ਹੈ। ਸੋ ਕਿਰਦਾਰ ਤਾਂ ਸਾਨੂੰ ਡਿਵੈਲਪ ਕਰਨਾ ਪਊਗਾ। ਜਿਹੜੇ ਅਸੀਂ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਬਣਾ ਲਏ, ਸਾਨੂੰ ਉਹ 'ਚੋਂ ਬਾਹਰ ਨਿਕਲਣਾ ਪਊਗਾ। ਅਸੀਂ ਗੁਰਦੁਆਰਿਆਂ ਨੂੰ ਮੀਟਿੰਗ ਸਪੌਟ ਬਣਾ ਲਿਆ, ਸੈਲੀਬ੍ਰੇਸ਼ਨ ਸਪੌਟ ਬਣਾ ਲਿਆ। ਅਸੀਂ ਉਹਨਾਂ ਦੇ ਵਿੱਚ ਹੀ ਉਹਨਾਂ ਦੇ ਆਪਣੇ ਇੱਕ ਪਿਕਨਿਕ ਸਪੌਟ ਬਣਾ ਲਿਆ। ਇੱਕ ਦੂਜੇ ਵੱਲ ਜਾਈਦਾ, ਮਿਲੀਦਾ, ਸਾਨੂੰ ਪਤਾ ਹੈ ਕਿ ਚਲੋ ਹੋਰ ਕਿਤੇ ਨਹੀਂ ਤਾਂ ਗੁਰਦੁਆਰੇ ਤਾਂ ਮਿਲ ਹੀ ਲੈਣਾ। ਅਸੀਂ ਇਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੀ ਅਸੀਂ ਇਹ ਮਰਿਆਦਾ ਹੀ ਖ਼ਤਮ ਕਰ ਲਈ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੀ ਹਾਂ ਤਾਂ ਮੈਂ ਉਹਦਾ ਮਤਲਬ ਕੀ ਆ, ਉਹ ਮਕੈਨੀਕਲ ਵਰਤਾਰਾ ਬਣਾ ਲਿਆ। ਬਿਲਕੁਲ ਉਹੀ ਮਕੈਨੀਕਲ ਵਰਤਾਰਾ ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਪੰਡਤਾਂ ਨੂੰ ਮਨਾ ਕਰਦੇ ਨੇ, ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਾਜ਼ੀਆਂ ਨੂੰ, ਮੁੱਲਾਵਾਂ ਨੂੰ,
ਉਹਨਾਂ ਨੂੰ ਮਨਾ ਕਰਦੇ ਨੇ। ਬਿਲਕੁਲ ਉਸੇ ਤਰੀਕੇ ਨਾਲ ਹੀ ਉਹੀ ਮਕੈਨੀਕਲ ਵਰਤਾਰਾ ਅਸੀਂ ਬਣਾ ਲਿਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਜਾਂਦੇ ਹਾਂ ਤਾਂ ਇੱਕ ਭਾਵ ਹੋਣਾ ਚਾਹੀਦਾ ਸੀ, ਅਸੀਂ ਉਹ ਭਾਵ ਮਾਈਨਸ ਕਰ ਦਿੱਤਾ, ਸਿਰਫ ਮਕੈਨੀਕਲਿਟੀ ਦੇ ਉੱਤੇ ਆ ਕੇ ਖੜੇ ਹੋ ਗਏ। ਕਈ ਵਾਰੀ ਲੋਕ ਜਿਹੜੇ ਆ ਉਹ ਬਾਹਰੋਂ ਹੀ ਉਹ ਮੱਥਾ ਟੇਕ ਕੇ ਲੰਗਰ ਹਾਲ ਹਾਲ ਤੋਂ ਨਿਕਲਦੇ ਹੋਏ ਮੱਥਾ ਟੇਕ ਕੇ ਘਰਾਂ ਨੂੰ। ਲੰਗਰ ਹਾਲ ਜਾਣਾ ਮਾੜੀ ਗੱਲ ਨਹੀਂ, ਪਰ ਜਿਹੜਾ ਤੁਸੀਂ ਇਹ ਵਿਖਾਵਾ ਕਰ ਦਿੰਦੇ ਆ ਕਿ ਬਾਹਰੋਂ ਹੀ ਮੱਥਾ ਟੇਕ ਲੈਂਦੇ ਆ, ਇਹਦਾ ਹੁਣ ਜ਼ਰਾ ਧਿਆਨ ਦਿਓ ਜੇ ਤੁਹਾਡੇ ਕਿਰਦਾਰ ਦੇ ਉੱਤੇ ਕਿੰਨਾ ਇਫੈਕਟ ਪੈਂਦਾ। ਤੁਸੀਂ ਆਪਣੇ ਬੱਚੇ ਨੂੰ ਇਹ ਨਹੀਂ ਸਿਖਾਉਂਦੇ, ਤੁਸੀਂ ਇੱਕ ਬੱਚਾ ਨਾਲ ਫੜਿਆ, ਉਹਨੂੰ ਬਾਹਰੋਂ ਮੱਥਾ ਟਿਕਾ ਕੇ ਲੈ ਗਏ ਕਿ ਮੇਰੇ ਕੋਲ ਟਾਈਮ ਹੈ ਨਹੀਂ, ਆਪਾਂ ਲੰਗਰ ਛਕੀਏ ਤੇ ਚੱਲੀਏ। ਲੰਗਰ ਛਕਣਾ ਮਾੜੀ ਗੱਲ ਨਹੀਂ, ਹੋ ਸਕਦਾ ਤੁਸੀਂ ਸਿਰਫ ਲੰਗਰ ਛਕਣ ਹੀ ਆਏ ਹੋਵੋ, ਪਰ ਤੁਸੀਂ ਉਹਦੇ ਨਾਲ ਆਪਣੇ ਬੱਚੇ ਨੂੰ ਇੱਕ ਉਹਦਾ ਕਰੈਕਟਰ ਘੜ ਦਿੱਤਾ ਕਿ ਬੇਟਾ ਆਪਣੇ ਤੋਂ ਵੱਡਿਆਂ ਦੇ ਕੋਲ ਬਹਿਣਾ ਜ਼ਰੂਰੀ ਨਹੀਂ। ਕੱਲ੍ਹ ਨੂੰ ਜਦੋਂ ਬੱਚਾ ਤੁਹਾਡੇ ਘਰ ਹੁੰਦਾ, ਤੁਹਾਡੇ ਆਪਣੇ ਗ੍ਰੈਂਡ ਪੇਰੈਂਟਸ ਨੂੰ ਜਾਂ ਤੁਹਾਨੂੰ ਵੀ ਬਕਾਇਦਾ ਉਹ ਕਹਿ ਦਿੰਦਾ ਹਾਈ ਮੌਮ ਹਾਈ ਡੈਡ, ਔਰ ਆਪਣੇ ਰੂਮ 'ਚ ਹਾਈ ਮੌਮ ਹਾਈ ਡੈਡ ਤੇ ਘਰੋਂ ਬਾਹਰ। ਫਿਰ ਆਪਾਂ ਕਹਿੰਦੇ ਹਾਂ ਕਿ ਬੱਚੇ ਇੱਥੇ ਨਾ ਇੱਦਾਂ ਦੀ ਆ। ਬੱਚੇ ਇੱਦਾਂ ਦੇ ਨਹੀਂ, ਤੁਸੀਂ ਉਹਨਾਂ ਦਾ ਕਿਰਦਾਰ ਐਵੇਂ ਦਾ ਘੜਿਆ। ਤੁਸੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਜਦੋਂ ਵੀ ਅਸੀਂ ਆਪਣੇ ਗੁਰੂ ਦੇ ਕੋਲ ਜਾਂਦੇ ਹਾਂ ਤਾਂ ਆਪਣੇ ਗੁਰੂ ਕੋਲ ਬੈਠ ਕੇ ਉਹਨਾਂ ਕੋਲੋਂ ਸੇਧ ਲੈਣੀ ਸੀ, ਅਸੀਂ ਉਹਨਾਂ ਦੀ ਗੱਲ ਸੁਣਨੀ ਸੀ। ਮੈਨੂੰ ਯਾਦ ਆ ਕਿ ਜਦੋਂ ਅਸੀਂ ਛੋਟੇ ਸੀ ਤਾਂ ਮੇਰੇ ਮੰਮਾ ਕਹਿੰਦੇ ਹੁੰਦੇ ਸੀ, ਜਦੋਂ ਮਹਾਰਾਜ ਵਾਕ ਚੱਲ ਰਿਹਾ ਹੋਵੇ ਨਾ, ਜਦੋਂ ਵਾਕ ਲੈ ਰਹੇ ਹੋਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਹਨੂੰ ਮੁੱਖ ਵਾਕ ਕਿਹਾ ਜਾਂਦਾ, ਉਦੋਂ ਬੋਲਣਾ ਨਹੀਂ, ਉਦੋਂ ਹਿੱਲਣਾ ਨਹੀਂ, ਉਦੋਂ ਖੜੇ ਨਹੀਂ ਹੋਣਾ, ਉਦੋਂ ਆਰਾਮ ਨਾਲ ਬੈਠ ਕੇ ਸੁਣੋ। ਅਤੇ ਉਹ ਗੱਲ ਅੱਜ ਵੀ ਮੈਂ ਦੇਖਦੀ ਹਾਂ ਅਤੇ ਮੇਰੇ ਕਿਰਦਾਰ ਦੇ ਵਿੱਚ ਹੈਗੀ ਆ। ਜਦੋਂ ਮੇਰੇ ਸਾਹਮਣੇ ਮੇਰਾ ਕੋਈ ਬਜ਼ੁਰਗ ਵੀ ਬੋਲ ਰਿਹਾ ਹੁੰਦਾ, ਮੇਰੀ ਹਿੰਮਤ ਨਹੀਂ ਹੁੰਦੀ ਮੈਂ ਖੜੀ ਹੋ ਜਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੀ ਗੱਲ ਪੂਰੀ ਹੋ ਜੇ। ਸੋ ਤੁਹਾਡਾ ਕਿਰਦਾਰ, ਆਪਣੇ ਬੱਚਿਆਂ ਦਾ ਕਿਰਦਾਰ ਤੁਸੀਂ ਆਪ ਘੜਨਾ।